IELTS writing task has always been a difficult choice for many of the students. बहुत सारे स्टूडेंट्स अक्सर डिफिकल्टीज फेस करते हैं वैन एवर दे हैव टू राइट टास्क 1। स्टूडेंट अज की इस वीडियो के गल करांगे कि किवें आपां राइटिंग टास्क 1 नूं लिखण तो पहलां प्लैनिंग करनी है, किवें एक इफैक्टिव राइटिंग टास्क 1 लिखना एंड हाउ वी कैन अचीव a better band score in IELTS writing task 1. So student, don't waste time and let's get started. सो राइटिंग टास्क 1 ਤੁਹਾਡੀ ਸਕਰੀਨ ਦੇ ਉੱਤੇ ਹੈ ਸਟੂਡੈਂਟ। ਸਭ ਤੋਂ ਪਹਿਲਾਂ ਮੈਂ ਦੱਸੂਗਾ ਕਿ ਚਾਰਟ ਨੂੰ ਸਮਝਣਾ ਕਿੱਦਾਂ ਆ, ਚਾਰਟ ਨੂੰ ਲਿਖਣ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਐਂਡ ਦੈਨ ਕਿਹੜੀਆਂ ਉਹ ਚੀਜ਼ਾਂ ਜਿਹੜੀਆਂ ਹਮੇਸ਼ਾ ਚਾਰਟ ਦੇ ਵਿੱਚ ਲਿਖਣੀਆਂ ਹੁੰਦੀਆਂ ਔਰ ਕਿਹੜੀਆਂ ਉਹ ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਆਪਾਂ ਅਵੋਇਡ ਕਰਨਾ। ਸੋ ਟਾਈਮ ਵੇਸਟ ਨਹੀਂ ਕਰਦੇ, ਆਪਾਂ ਸਟਾਰਟ ਕਰਦੇ ਹਾਂ। ਸੋ ਅੱਜ ਮੈਂ ਆਪਣੇ ਕੋਲ ਇੱਕ ਚਾਰਟ ਲਿਆ ਹੈਗਾ ਜਿਹੜਾ ਹੈਗਾ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਾਰ ਚਾਰਟ ਹੈਗਾ ਆ। ਬਾਰ ਚਾਰਟ ਦੇ ਵਿੱਚ ਇਸ ਤਰੀਕੇ ਦੀ ਪਿਕਚਰ ਤੁਹਾਨੂੰ ਪਤਾ ਕਿ ਤੁਹਾਨੂੰ ਮਿਲਣੀ ਹੈਗੀ ਆ। ਸੋ ਆਪਾਂ ਉਸ ਚੀਜ਼ 'ਤੇ ਨਹੀਂ ਜਾਂਦੇ, ਆਪਾਂ ਜਾਂਦੇ ਹਾਂ ਸਿੱਧਾ ਸਟੂਡੈਂਟਸ ਇੰਟਰੋਡਕਸ਼ਨ ਦੇ ਉੱਤੇ। ਹਰ ਇੱਕ ਚਾਰਟ ਦੇ ਵਿੱਚ ਜੋ ਵੀ ਫਸਟ ਨੰਬਰ 'ਤੇ ਲਿਖਿਆ ਹੁੰਦਾ ਉਸ ਨੂੰ ਆਪਾਂ ਕਹਿੰਦੇ ਹਾਂ ਇੰਟਰੋਡਕਸ਼ਨ। ਸੋ ਇਸ ਚਾਰਟ ਦੀ ਆਪਾਂ ਇੰਟਰੋਡਕਸ਼ਨ ਅਗਰ ਦੇਖੀਏ, the chart below gives information about the number of animals adopted from an animal rescue center in Madison, Wisconsin over a 10-year period. So it means कि साडा जिहड़ा चार्ट हैगा what it gives information about, it gives information about the animals or we can say their numbers. Animals किहड़े animals जिहड़े कि adopt कीते गए सीगे फ्रॉम एन एनीमल रेस्क्यू सेंटर मैਡੀਸਨ सिटी ਦੇ ਵਿੱਚ एक एनीमल रेस्क्यू सेंटर हैगा आ, ਉੱਥੋਂ ਇਹ ਐਨੀਮਲਸ ਜਿਹੜੇ ਅਡੋਪਟ ਕੀਤੇ ਗਏ ਆ। ਮੈਡੀਸਨ ਇੱਕ ਸ਼ਹਿਰ ਹੈਗਾ ਵਿਸਕੌਨਸਿਨ ਸਟੇਟ ਓਵਰ ਅ 10 ਈਅਰ ਪੀਰੀਅਡ। ਇੱਥੇ ਸਾਨੂੰ ਐਨੀਮਲਸ ਦੇ ਦਿੱਤੇ ਬਟ ਕਿਹੜੇ ਐਨੀਮਲਸ ਦਿੱਤੇ ਉਹ ਸਾਨੂੰ ਨਹੀਂ ਪਤਾ ਹੈਗਾ, ਉਹ ਵੀ ਆਪਾਂ ਨੀਚੇ ਜਾ ਕੇ ਦੇਖਾਂਗੇ। ਬਾਕੀ ਇੱਥੇ ਸਾਨੂੰ ਪਤਾ ਲੱਗ ਗਿਆ ਨੰਬਰ ਆਫ ਐਨੀਮਲਸ ਦਿੱਤੇ ਹੋਏ ਸਾਨੂੰ, ਇੰਟਰੋਡਕਸ਼ਨ ਨੇ ਕਲੀਅਰ ਕਰਤਾ। आज ਸਾਨੂੰ ਦੇ ਦਿੱਤਾ ਸਟੂਡੈਂਟਸ 10 ਈਅਰ ਪੀਰੀਅਡ ਦੇ ਦਿੱਤਾ ਬਟ 10 ਈਅਰ ਪੀਰੀਅਡ ਕਿੱਥੋਂ ਸਟਾਰਟ ਹੁੰਦਾ ਹੈ ਸਾਨੂੰ ਨਹੀਂ ਦਿੱਤਾ, ਨੀਚੇ ਜਾ ਕੇ ਚਾਰਟ ਦੇ ਵਿੱਚ ਦੇਖਾਂਗੇ। ਉਸ ਤੋਂ ਬਾਅਦ ਸਟੂਡੈਂਟਸ ਚਾਰਟ ਨੂੰ ਦੇਖ ਸਕਦੇ ਹਾਂ ਆਪਾਂ। ਨੀਚੇ ਅਸੀਂ ਚਾਰਟ ਦੇ ਉੱਤੇ ਆ ਗਏ, ਇੰਸਟਰਕਸ਼ਨ ਹੈਗੀ ਹੈ, ਇੰਸਟਰਕਸ਼ਨ ਨੂੰ ਮੈਂ ਬਾਅਦ 'ਚ ਸਮਝਾਉਣਾ ਪੜ੍ਹਦਾ ਇਹਨੂੰ। ਫਸਟ ਆਪਾਂ ਚਾਰਟ ਦੇਖ ਲਈਏ ਐਨੀਮਲ ਅਡੋਪਸ਼ਨਸ। ਜੇਕਰ ਆਪਾਂ ਇਸ ਸਾਈਡ ਦੇਖੀਏ ਤਾਂ ਸਾਨੂੰ ਨੰਬਰ ਦਿੱਤੇ ਹੋਏ ਆ 100 200 300। ਅਗਰ ਆਪਾਂ ਨੀਚੇ ਵਾਲੀ ਸਾਈਡ 'ਤੇ ਦੇਖੀਏ ਤਾਂ ਵੀ ਆਰ ਗਿਵਨ 10 ਈਅਰ ਪੀਰੀਅਡ। ਸੋ 1990 ਤੋਂ ਲੈ ਕੇ 2000 ਤੱਕ ਸਾਨੂੰ ਇੱਕ ਡੈਕੇਡ ਦਾ ਜਿਹੜਾ ਪੀਰੀਅਡ ਦਿੱਤਾ ਹੋਇਆ। ਸੋ ਅਗਰ ਆਪਾਂ ਐਨੀਮਲਸ ਦੀ ਗੱਲ ਕਰੀਏ ਤਾਂ ਸਾਨੂੰ 3 ਤਰ੍ਹਾਂ ਦੇ ਐਨੀਮਲਸ ਡੌਗਸ, ਕੈਟਸ, ਬਰਡਸ ਐਂਡ ਰਿਪਟਾਈਲਸ ਜਿਹੜੇ 4 ਤਰ੍ਹਾਂ ਦੀਆਂ ਚੀਜ਼ਾਂ ਦਿੱਤੀਆਂ ਹੋਈਆਂ ਸਟੂਡੈਂਟ। ਸੋ ਨੰਬਰ ਆਫ ਐਨੀਮਲਸ ਨੰਬਰ ਆ ਗਏ। ਐਨੀਮਲਸ ਕਿਹੜੇ ਸੀਗੇ? ਡੌਗਸ, ਕੈਟਸ ਐਂਡ ਬਰਡਸ ਐਂਡ ਰਿਪਟਾਈਲਸ ਆ ਗਏ ਸਾਡੇ, ਠੀਕ ਹੈ ਜੀ। ਇਹਨਾਂ ਨੂੰ ਅਲੱਗ-ਅਲੱਗ ਬਾਰ ਜਿਹੜੇ ਆ ਡਿਸਕ੍ਰਾਈਬ ਕਰ ਦਿੱਤਾ। ਡੌਗਸ ਦੇ ਲਈ ਡਾਰਕ ਵਾਲਾ ਬਾਰ ਹੈਗਾ, ਉਸ ਤੋਂ ਥੋੜ੍ਹਾ ਜਿਹੜਾ ਲਾਈਟ ਆ ਉਹ ਕੈਟਸ ਦੇ ਲਈ ਆ, ਅਤੇ ਜਿਹੜਾ ਟੋਟਲੀ ਲਾਈਟ ਹੈਗਾ ਆ ਉਹ ਬਰਡਸ ਐਂਡ ਰਿਪਟਾਈਲਸ ਦੇ ਲਈ ਹੈਗਾ। ਸੋ ਇਹ ਤਾਂ ਸਟੂਡੈਂਟ ਹੈਗਾ ਸਾਡਾ ਚਾਰਟ। ਚਾਰਟ ਨੂੰ ਲਿਖਣ ਲੱਗਿਆਂ ਬਹੁਤ ਸਾਰੇ ਸਟੂਡੈਂਟ ਜਿਹੜੇ ਆ ਕਹਿ ਲਈਏ ਕਿ ਇਹਨੂੰ ਕੰਪਲੈਕਸ ਕਰ ਦਿੰਦੇ ਆ ਬਿਕੋਜ਼ ਦੇ ਜਸਟ ਫੋਕਸ ਔਨ ਦ ਨੰਬਰਸ ਔਰ ਦਾ ਪਰਸੈਂਟੇਜਸ। ਵੀ ਕੈਨ ਸੇ ਕਿ ਡਾਟੇ ਦੇ ਵਿੱਚ ਹੀ ਜ਼ਿਆਦਾ ਜਿਹੜੇ ਆ ਫੋਕਸ ਜਿਹੜਾ ਡਾਟੇ ਦੇ ਉੱਤੇ ਕਰ ਦਿੰਦੇ ਆ, ਵੀ ਇਹਦਾ ਨੰਬਰ ਕਾਊਂਟ ਕਰਨ ਲੱਗ ਜਾਂਦੇ ਸਟੂਡੈਂਟ। ਇਸ ਤਰੀਕੇ ਦੇ ਨਾਲ ਚਾਰਟ ਅਗਰ ਕਰੋਗੇ ਤਾਂ ਨੰਬਰ ਨਹੀਂ ਮਿਲਣਾ ਹੈਗਾ। ਇੱਕ ਚੀਜ਼ ਯਾਦ ਰੱਖੋ ਕਿ ਸਾਡਾ ਜਿਹੜਾ ਆਇਲਸ ਟੈਸਟ ਹੈਗਾ ਨਾ ਸਟੂਡੈਂਟ, ਇਟ ਟੈਸਟਸ ਯੂ ਔਨ ਯੋਰ ਲੈਂਗੁਏਜੇਬਿਲਿਟੀ। ਆਇਲਸ ਦੇ ਵਿੱਚ ਜਿਹੜਾ ਮੇਨ ਫੋਕਸ ਹੈਗਾ ਦੈਟ ਇਜ਼ ਔਨ ਯੋਰ ਲੈਂਗੁਏਜੇਬਿਲਿਟੀ, ਨੋਟ ਔਨ ਦਾ ਨੌਲੇਜ। ਸੋ ਇਸ ਕਰਕੇ ਸਟੂਡੈਂਟ ਇਸ ਚੀਜ਼ ਦਾ ਖਿਆਲ ਰੱਖਣਾ ਕਿ ਆਪਾਂ ਲੈਂਗੁਏਜ 'ਤੇ ਫੋਕਸ ਜ਼ਿਆਦਾ ਕਰਾਂਗੇ ਕਿ ਲੈਂਗੁਏਜ ਕਿੱਦਾਂ ਦੀ ਲਿਖਦੇ ਹਾਂ। ਜਿੰਨੀ ਵਧੀਆ ਲੈਂਗੁਏਜ ਲਿਖੋਗੇ ਓਨਾ ਹੀ ਸਕੋਰ ਜ਼ਿਆਦਾ ਵਧੀਆ ਮਿਲੂਗਾ। ਜਿੰਨਾ ਜ਼ਿਆਦਾ ਡਾਟੇ 'ਤੇ ਫੋਕਸ ਕਰੋਗੇ ਸਕੋਰ ਘੱਟ ਜਾਊਗਾ। ਸੋ ਕੀ ਦੇਖਣਾ ਆਪਾਂ, ਉਹਦੇ ਲਈ ਸਾਨੂੰ ਸਟੂਡੈਂਟ ਪੜ੍ਹਨੀ ਪੈਣੀ ਹੈ ਵਾਲੀ ਇੰਸਟਰਕਸ਼ਨ। ਇੰਸਟਰਕਸ਼ਨ ਦੇ ਵਿੱਚ ਸਟੂਡੈਂਟ ਕੀ ਕਹਿੰਦਾ, ਸਮਰਾਈਜ਼ ਦ ਇਨਫੋਰਮੇਸ਼ਨ ਬਾਈ ਸਿਲੈਕਟਿੰਗ ਐਂਡ ਰਿਪੋਰਟਿੰਗ ਦ ਮੇਨ ਫੀਚਰਸ ਐਂਡ ਮੇਕ ਕੰਪੈਰੀਜ਼ਨਸ ਵੇਅਰ ਰੈਲੇਵੈਂਟ। ਰਾਈਟ ਐਟਲੀਸਟ 150 ਵਰਡਸ, ਇਹ ਤੁਹਾਨੂੰ ਪਤਾ ਹੀ ਹੈ ਬਟ ਆਪਾਂ ਇਹ ਮੇਨ ਚੀਜ਼ ਦੇ ਉੱਤੇ। ਸੋ ਸਟੂਡੈਂਟ ਦੇਖੋ ਐਗਜ਼ਾਮੀਨਰ ਕੀ ਕਹਿ ਰਿਹਾ ਕਿ ਸਮਰਾਈਜ਼ ਦਾ ਇਨਫੋਰਮੇਸ਼ਨ। ਸਮਰਾਈਜ਼ ਦਾ ਇਨਫੋਰਮੇਸ਼ਨ ਮੀਨਸ ਕੀ ਹੈਗਾ ਕਿ ਐਗਜ਼ਾਮੀਨਰ ਨੂੰ ਚਾਰਟ ਦੇ ਵਿੱਚੋਂ ਸਾਰਾ ਕੁਝ ਨਹੀਂ ਚਾਹੀਦਾ। ਉਹ ਕਹਿੰਦਾ ਕਿ ਇਸ ਨੂੰ ਸਮਰਾਈਜ਼ ਕਰੋ। ਸਮਰਾਈਜ਼ ਕਰਨ ਦਾ ਮਤਲਬ ਕਿ ਜਿੰਨੀ ਵੀ ਇਨਫੋਰਮੇਸ਼ਨ ਹੈ ਨਾ ਇਹ ਸਾਰੀ ਨਹੀਂ ਲਿਖਣੀ ਹੈਗੀ, ਇਹਨੂੰ ਕੰਪੈਕਟ ਕਰਨਾ। ਆਪਾਂ ਕੰਪੈਕਟ ਕਰਨਾ ਕਿੱਦਾਂ, ਸਮਰਾਈਜ਼ ਕਰਨਾ ਕਿੱਦਾਂ ਆ, ਬਾਏ ਸਿਲੈਕਟਿੰਗ ਐਂਡ ਰਿਪੋਰਟਿੰਗ ਦਾ main features. So it means क्या we what is the detail that is not important, we have to focus on what are the main features in the chart. So summarize ਕੀਤੀ ਜਾਊਗੀ ਇਨਫੋਰਮੇਸ਼ਨ ਮੇਨ ਫੀਚਰਸ ਨੂੰ ਸਿਲੈਕਟ ਕਰਕੇ ਐਂਡ ਨੰਬਰ 2 ਤੇ ਮੇਕ ਕੰਪੈਰੀਜ਼ਨਸ ਵੇਅਰ ਰੈਲੇਵੈਂਟ। ਜਿੱਥੇ ਜ਼ਰੂਰਤ ਹੈਗੀ ਆ ਉੱਥੇ ਕੰਪੈਰੀਜ਼ਨ ਵੀ ਕਰੋ। ਸੋ ਇਟ ਮੀਨਸ ਕਿ ਸਾਨੂੰ 2 ਇੰਸਟਰਕਸ਼ਨਸ ਦੇ ਦਿੱਤੀਆਂ, ਇੱਕ ਤਾਂ ਮੇਨ ਫੀਚਰਸ ਨੂੰ ਚੂਜ਼ ਕਰੋ ਅਤੇ ਇੱਕ ਕੰਪੈਰੀਜ਼ਨ ਕਰੋ। ਸੋ ਅਸੀਂ ਕਿਹੜੀ ਚੀਜ਼ 'ਤੇ ਫੋਕਸ ਕਰਦੇ ਹਮੇਸ਼ਾ 200 ਹੋ ਗਿਆ, 300 ਹੋ ਗਿਆ, 400 ਇਹਨਾਂ ਚੀਜ਼ਾਂ ਦੇ ਉੱਤੇ ਨਹੀਂ ਸਟੂਡੈਂਟ, ਦੈਟ ਇਜ਼ ਨੋਟ ਇੰਪੋਰਟੈਂਟ। ਵੀ ਹੈਵ ਟੂ ਫਾਈਂਡ ਮੇਨ ਫੀਚਰਸ
ਐਂਡ ਮੇਕ ਕੰਪੈਰੀਜ਼ਨਸ। ਸੋ ਇਹ ਹੈਗੀ ਇੰਸਟਰਕਸ਼ਨ ਹਰ ਚਾਰਟ 'ਚ ਸੇਮ ਹੀ ਹੋਣੀ ਹੈ, ਬਟ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਪਾਂ ਕਰਨਾ ਕੀ ਹੈਗਾ। ਚਾਰਟ ਨੂੰ ਥੋੜ੍ਹਾ ਜਿਹਾ ਸਮਝਦੇ ਹਾਂ ਕਿ ਚਾਰਟ ਨੂੰ ਕਰਾਂਗੇ ਕਿਵੇਂ। ਬਟ ਇੱਕ ਡਾਇਨਾਮਿਕ ਚਾਰਟ ਹੈਗਾ। ਡਾਇਨਾਮਿਕ ਚਾਰਟ ਜਾਂ ਸਟੈਟਿਕ ਚਾਰਟ ਕੀ ਹੁੰਦੇ ਨਹੀਂ ਪਤਾ ਤਾਂ ਮੇਰੀ ਡਾਇਨਾਮਿਕ ਐਂਡ ਸਟੈਟਿਕ ਚਾਰਟ ਵਾਲੀ ਵੀਡੀਓ ਜ਼ਰੂਰ ਦੇਖ ਲਓ, ਤਾਂ ਕਿ ਤੁਹਾਨੂੰ ਚਾਰਟ ਥੋੜ੍ਹੇ ਕਲੀਅਰ ਹੋ ਜਾਣ। ਪਹਿਲਾਂ ਬੇਸਿਕ ਜਿਹਾ ਦੱਸਾਂ ਤੇ ਡਾਇਨਾਮਿਕ ਚਾਰਟਸ ਦੇ ਵਿੱਚ ਸਟੂਡੈਂਟ ਕੀ ਹੁੰਦਾ ਕਿ ਸਾਨੂੰ ਇੱਕ ਤੋਂ ਜ਼ਿਆਦਾ ਟਾਈਮ ਪੀਰੀਅਡ ਦਿੱਤਾ ਹੁੰਦਾ, ਤੇ ਜਦੋਂ ਇੱਕ ਤੋਂ ਜ਼ਿਆਦਾ ਟਾਈਮ ਪੀਰੀਅਡ ਦਿੱਤੇ ਹੁੰਦੇ ਆ ਦੈਨ ਵੀ ਹੈਵ ਟੂ ਰਾਈਟ ਅਬਾਊਟ ਟ੍ਰੈਂਡਸ ਮੀਨਸ ਕੀ ਆ ਕਿ ਕੋਈ ਚੀਜ਼ ਘਟ ਰਹੀ ਹੈ ਜਾਂ ਵੱਧ ਰਹੀ ਆ, ਆਪਾਂ ਇਹਦੇ ਬਾਰੇ ਲਿਖਣਾ ਹੁੰਦਾ। ਐਂਡ ਨੰਬਰ 2 ਤੇ ਵੀ ਹੈਵ ਟੂ ਫੋਕਸ ਔਨ ਕੰਪੈਰੀਜ਼ਨਸ। ਸੋ ਸਟੂਡੈਂਟ ਡਾਇਨਾਮਿਕ ਚਾਰਟ ਦੇ ਵਿੱਚ ਆ ਦੋ ਕੰਮ ਕਰਨੇ ਹੁੰਦੇ ਆ, ਟ੍ਰੈਂਡਸ ਸ਼ੋ ਕਰਨੇ ਹੁੰਦੇ ਪਲੱਸ ਕੰਪੈਰੀਜ਼ਨ ਕਰਨਾ ਹੁੰਦਾ। ਸੋ ਇਹਦੇ ਵਿੱਚ ਸਟੂਡੈਂਟ ਅਗਰ ਆਪਾਂ ਗੱਲ ਕਰੀਏ ਤੇ ਕੀ ਫੀਚਰਸ ਕੀ ਹੈਗੇ। ਹੁਣ ਦੇਖੋ ਡੌਗਸ, ਅਗਰ ਆਪਾਂ ਇਨੀਸ਼ੀਅਲੀ ਹਰ ਇੱਕ ਚੀਜ਼ ਪਹਿਲਾਂ ਬਿਗਨਿੰਗ ਤੋਂ ਸ਼ੁਰੂਆਤ ਹੋਣੀ ਉਹਦੀ ਵੀ ਸ਼ੁਰੂਆਤ ਦੇ ਵਿੱਚ ਕੀ ਸੀਗਾ। ਤੁਸੀਂ ਦੇਖ ਸਕਦੇ ਆ ਕਿ ਡੌਗਸ ਜਿਹੜੇ ਆ ਸਭ ਤੋਂ ਜ਼ਿਆਦਾ ਅਡੋਪਟ ਕੀਤੇ ਜਾਂਦੇ ਸੀਗੇ, ਜਿਨ੍ਹਾਂ ਦਾ ਨੰਬਰ ਆਲਮੋਸਟ 550 ਦੇ ਨੇੜੇ ਤੇੜੇ ਹੋ ਸਕਦਾ ਆ। ਐਂਡ ਨੰਬਰ 2 ਤੇ ਸੀਗੀਆਂ ਕੈਟਸ, ਐਂਡ ਨੰਬਰ 3 ਤੇ ਸੀ ਸਾਡੇ ਬਰਡਸ ਐਂਡ ਰਿਪਟਾਈਲਸ। ਸੋ ਇਟ ਮੀਨਸ ਕਿ ਵੀ ਕੈਨ ਸੇ ਡੌਗਸ ਜਿਹੜੇ ਆ ਬਹੁਤ ਜ਼ਿਆਦਾ ਪੋਪੂਲਰ ਸੀਗੇ ਅਰਲੀਅਰ, ਮੀਨਸ ਕਿ ਸਭ ਤੋਂ ਜ਼ਿਆਦਾ ਇਹਨਾਂ ਨੂੰ ਅਡੋਪਟ ਕੀਤਾ ਜਾਂਦਾ ਸੀਗਾ ਡੌਗਸ ਨੂੰ। ਤੇ ਨੰਬਰ 2 ਦੇ ਉੱਤੇ ਕੈਟਸ ਪੋਪੂਲਰ ਸੀਗੀਆਂ ਤੇ ਕੈਟਸ ਨੂੰ ਜਿਹੜਾ ਨੰਬਰ 2 ਤੇ ਰੱਖਿਆ ਗਿਆ। ਰੈਪਟਾਈਲਸ ਐਂਡ ਬਰਡਸ ਜਿਹੜੇ ਸਭ ਤੋਂ ਘੱਟ ਅਡੋਪਟ ਕੀਤੇ ਜਾਂਦੇ ਸੀਗੇ। ਇਹ ਤਾਂ ਹੋ ਗਈ ਸਾਡੀ ਬਿਗਨਿੰਗ। ਸਟੂਡੈਂਟ ਬਿਗਨਿੰਗ ਦੇ ਵਿੱਚ ਹਮੇਸ਼ਾ ਕੰਪੈਰੀਜ਼ਨ ਹੋਣਾ ਹੀ ਹੋਣਾ ਆ ਵੀ ਸ਼ੁਰੂਆਤ ਦੇ ਵਿੱਚ ਕੀ ਹੈਗਾ, ਮੇਨ ਫੀਚਰ ਕੀ ਹੈਗਾ। ਸਟੂਡੈਂਟ ਅਗਰ ਆਪਾਂ ਡੌਗਸ ਦੇ ਬਾਰੇ ਦੇਖੀਏ ਤੇ ਤੁਸੀਂ ਦੇਖ ਸਕਦੇ ਆ ਕਿ ਡੌਗਸ ਦਾ ਜਿਹੜਾ ਆ ਓਵਰ ਦਾ ਪੀਰੀਅਡ ਕੀ ਗਿਆ ਆ, ਡਿਕਰੀਜ਼, ਘਟੇ ਆ। ਠੀਕ ਹੈ ਜੀ। ਕੈਟਸ ਦੇ ਅਗਰ ਟ੍ਰੈਂਡ ਨੂੰ ਦੇਖੀਏ ਅਗਰ, ਤੇ ਕੈਟਸ ਦਾ ਜਿਹੜਾ ਟ੍ਰੈਂਡ ਸਟੂਡੈਂਟ ਉਹ ਕੀ ਗਿਆ, ਇਨਕਰੀਜ਼ ਹੋਇਆ। ਠੀਕ ਆ। ਇਟ ਮੀਨਸ ਕਿ ਸਾਡਾ ਡੌਗਸ ਐਂਡ ਜਿਹੜੇ ਕੈਟਸ ਹੈਗੇ ਆ ਇਹ ਦੋਨੋਂ ਆਪਸ ਦੇ ਵਿੱਚ ਕੀ ਆ, ਓਪੋਜ਼ਿਟ ਟ੍ਰੈਂਡ ਸ਼ੋ ਕਰਦੇ ਆ, ਬਿਕੋਜ਼ ਇਹ ਇਨਕਰੀਜ਼ ਹੋਇਆ ਇਹਦਾ ਅਡੋਪਸ਼ਨ, ਇਹਦੀ ਅਡੋਪਸ਼ਨ ਡਿਕਰੀਜ਼ ਹੋਈ ਆ ਆਪਸ ਦੇ ਵਿੱਚ। ਹੁਣ ਇਹ ਸੈਂਟੈਂਸ ਬਣਨਗੇ ਵਾਈਲ ਨਾ ਵੇਅਰ ਐਜ਼ ਇਨ ਕੰਟਰਾਸਟ ਹਾਊਐਵਰ ਵਗੈਰਾ ਲੱਗ ਕੇ, ਇੱਥੋਂ ਹੀ ਕੰਪੈਰੀਜ਼ਨ ਕਲੀਅਰ ਹੋ ਜਾਣਾ। ਸੋ ਇਹ ਵਾਲੇ ਨੂੰ ਹੀ ਮੇਨ ਫੀਚਰ ਮੈਂ ਕਿਉਂ ਚੁਣਿਆ, ਬਿਕੋਜ਼ ਬਿਗਨਿੰਗ ਦੇ ਵਿੱਚ ਡੌਗਸ ਜ਼ਿਆਦਾ ਸੀਗੇ ਬਟ ਅਖੀਰ ਤੱਕ ਜਾਂਦੇ ਜਾਂਦੇ ਕੈਟਸ ਜ਼ਿਆਦਾ ਹੋ ਗਈਆਂ, ਇਸ ਕਰਕੇ ਦੋਨੋਂ ਆਪਸ 'ਚ ਓਪੋਜ਼ਿਟ ਐਂਡ ਚਾਰਟ ਦੇ ਮੇਨ ਫੀਚਰ ਹੈਗੇ ਆ। ਇੱਕ ਲਾਈਨ ਦੇ ਵਿੱਚ ਆ ਚੀਜ਼ ਲਿਖੀ ਜਾਣੀ ਆ ਓਵਰਆਲ ਦੇ ਵਿੱਚ। ਉਸ ਤੋਂ ਬਾਅਦ ਸਾਡੇ ਬਰਡਸ ਐਂਡ ਰਿਪਟਾਈਲਸ। ਬਰਡਸ ਐਂਡ ਰਿਪਟਾਈਲਸ ਦਾ ਇਹਨਾਂ ਦੇ ਨਾਲ ਕੋਈ ਵੀ ਲਿੰਕ ਨਹੀਂ ਹੈਗਾ। ਬਰਡਸ ਐਂਡ ਰਿਪਟਾਈਲਸ ਸਭ ਤੋਂ ਘੱਟ ਸੀਗੇ ਤੇ ਸਭ ਤੋਂ ਘੱਟ ਹੀ ਰਹੇ ਆ। ਸੋ ਇਟ ਮੀਨਸ ਕਿ ਇਹ ਸੀਗੇ ਸਾਡੇ ਲੀਸਟ, ਸਭ ਤੋਂ ਘੱਟ। ਕਿ ਸਭ ਤੋਂ ਜ਼ਿਆਦਾ ਪੋਪੂਲਰ ਸੀਗੇ ਡੌਗਸ ਬਿਗਨਿੰਗ ਦੇ ਵਿੱਚ। ਠੀਕ ਹੈ ਜੀ। ਬਟ ਇਹ ਡਿਕਰੀਜ਼ ਹੋ ਕੇ ਆਪਣੇ ਕਿੱਥੇ ਪਹੁੰਚੇ ਆ, ਜਦ ਕਿ ਜਿਹੜੀਆਂ ਕੈਟਸ ਸੀਗੀਆਂ ਜਸਟ ਅਬਵ 300 ਇਨ ਦਾ ਬਿਗਨਿੰਗ ਬਟ ਰੀਚਡ ਐਟ ਦਾ ਪੀਕ। ਸੋ ਪੀਕ ਤੇ ਪਹੁੰਚ ਗਈਆਂ ਸਟੂਡੈਂਟ ਐਂਡ ਦੇ ਵਿੱਚ ਜਾ ਕੇ। ਇਹ ਦੋ ਚੀਜ਼ਾਂ ਹੋਰ ਹੈਗੀਆਂ। ਦੂਸਰੇ ਪਾਸੇ ਜੇਕਰ ਮੈਂ ਰਿਪਟਾਈਲਸ ਦੀ ਗੱਲ ਕਰਾਂ ਤੇ ਰਿਪਟਾਈਲਸ ਦਾ ਟ੍ਰੈਂਡ ਤੁਸੀਂ ਦੇਖ ਸਕਦੇ ਆ ਕਿ ਆਲਮੋਸਟ ਜਿਹੜਾ ਆ ਉਹ 100 ਦੇ ਨੇੜੇ ਤੇੜੇ ਹੀ ਰਿਹਾ ਆ, ਵੱਧ ਗਿਆ, ਘਟ ਗਿਆ, ਫਿਰ ਥੋੜ੍ਹਾ ਜਿਹਾ ਵਧਿਆ, ਫਿਰ ਵਧਿਆ, ਫਿਰ ਘਟ ਗਿਆ। ਸੋ ਇਟ ਮੀਨਸ ਕਿ ਸਾਡਾ 100 ਦੇ ਨੇੜੇ ਤੇੜੇ ਹੀ ਰਿਹਾ ਆ, ਐਕਸੈਪਟ ਟੂ 1990 ਦੇ ਵਿੱਚ ਤੇ 1996 ਦੇ ਵਿੱਚ ਜਦੋਂ ਇਹ 100 ਨੂੰ ਕ੍ਰੋਸ ਕਰ ਗਿਆ। ਬਾਕੀ ਸਾਰੇ ਈਅਰਸ ਦੇ ਵਿੱਚ ਇਹ 100 ਦੇ ਨੇੜੇ ਤੇੜੇ ਹੀ ਰਿਹਾ ਹੈਗਾ। ਸੋ ਇਟ ਮੀਨਸ ਕਿ ਮੈਂ ਆਹ ਦੋ ਚੀਜ਼ਾਂ ਨੂੰ ਜ਼ਰੂਰ ਹਾਈਲਾਈਟ ਕਰੂੰਗਾ ਕਿ ਲੀਸਟ ਕਿ ਜਿਹੜੇ ਮੇਰੇ ਬਰਡਸ ਐਂਡ ਰਿਪਟਾਈਲ ਸੀਗੇ ਉਹ ਸਭ ਤੋਂ ਘੱਟ ਪੋਪੂਲਰ ਸੀਗੇ ਜਾਂ ਉਹਨਾਂ ਨੂੰ ਬਹੁਤ ਘੱਟ ਅਡੋਪਟ ਕੀਤਾ ਗਿਆ, ਜਦ ਕਿ 2 ਸਾਲਾਂ ਦੇ ਵਿੱਚ 1990 ਦੇ ਵਿੱਚ ਐਂਡ 1996 ਦੇ ਵਿੱਚ ਇਹਨਾਂ ਦੀ ਜਿਹੜੀ ਪੋਪੂਲੈਰਿਟੀ ਆ ਜਾਂ ਕਹਿ ਲਈ ਇਹਨਾਂ ਦੀ ਅਡੋਪਸ਼ਨ ਆ ਉਹ ਇਨਕਰੀਜ਼ ਹੋਈ ਆ। ਸੋ ਸਮਰਾਈਜ਼ ਸਾਡੀ ਇਨਫੋਰਮੇਸ਼ਨ ਹੋ ਗਈ ਆ ਕਿ ਬਿਗਨਿੰਗ ਤੋਂ ਸਟਾਰਟ ਕਰੂੰਗਾ, ਵਿਚਲਾ ਈਅਰ ਕੋਈ ਵੀ ਲਿਖਣ ਦੀ ਜ਼ਰੂਰਤ ਨਹੀਂ ਸਟੂਡੈਂਟ, ਕਿਉਂਕਿ ਕੰਟੀਨਿਊਸਲੀ ਇਨਕਰੀਜ਼ ਹੁੰਦਾ ਜਾ ਰਿਹਾ ਤਾਂ ਇੱਥੇ ਜਾ ਕੇ ਆਪਾਂ ਰੁਕਾਂਗੇ। ਸੋ ਇਟ ਮੀਨਸ ਕਿ 1990 ਤੇ 2000 ਹੋਰ ਕੁਝ ਵੀ ਸਟੂਡੈਂਟ ਇਹਦੇ ਵਿੱਚੋਂ ਲਿਖਣ ਵਾਲਾ ਨਹੀਂ ਹੈਗਾ। ਕੈਟਸ ਦੇ ਲਈ ਇਹਦੇ ਓਪੋਜ਼ਿਟ ਹੈਗਾ ਡੌਗਸ, ਸਭ ਤੋਂ ਜ਼ਿਆਦਾ ਪੋਪੂਲਰ 1990 ਦੇ ਵਿੱਚ। ਠੀਕ ਹੈ ਜੀ। ਲਗਾਤਾਰ ਡਿਕਰੀਜ਼ ਆਇਆ ਇੱਥੇ ਤੱਕ, ਜਾਂ ਆਪਾਂ ਕਹਿ ਲਈਏ ਇੱਥੇ ਤੱਕ ਡਿਕਰੀਜ਼ ਆਇਆ, ਜਾਂ ਇੱਥੇ ਤੱਕ ਕਹਿ ਲਈਏ ਲਗਾਤਾਰ ਘਟਦੇ, ਉਸ ਤੋਂ ਬਾਅਦ ਰਹੇ ਆ ਸਟੇਬਲ। ਸੋ ਡੌਗਸ ਦੇ ਬਾਰੇ ਵਿੱਚ ਮੇਰਾ ਇੱਕ ਆਹ ਚੀਜ਼ ਲਿਖੀ ਜਾਓ, ਇੱਕ ਆਹ ਚੀਜ਼ ਲਿਖੀ ਜਾਓ, ਇੱਕ ਆਹ ਚੀਜ਼ ਲਿਖੀ ਜਾਓ, ਆਪਸ 'ਚ ਓਪੋਜ਼ਿਟ ਆ, ਕਨੈਕਟਰ ਲਗਾ ਕੇ ਇਹਨੂੰ ਸ਼ੋ ਕਰ ਦੇਵਾਂਗੇ। ਰਿਪਟਾਈਲਸ ਕੀ ਆ, 100 ਦੇ ਨੇੜੇ ਤੇੜੇ ਰਹੇ ਆ ਐਕਸੈਪਟ 2 ਈਅਰਸ ਜਿਨ੍ਹਾਂ ਦੇ ਵਿੱਚ ਕੀ ਆ, ਇਹਨਾਂ ਦੋਨਾਂ ਦੇ ਵਿੱਚ ਥੋੜ੍ਹਾ ਜਿਹਾ ਇਨਕਰੀਜ਼ ਆਇਆ, ਬਾਕੀ ਸਾਰੇ ਈਅਰ 'ਚ ਸੇਮ ਰਹੇ। ਸੋ ਚਾਰਟ ਮੇਰਾ ਐਨਾਲਾਈਜ਼ ਹੋ ਗਿਆ ਸਟੂਡੈਂਟ। ਹੁਣ ਦੇਖਦੇ ਹਾਂ ਮੈਂ ਕਿਵੇਂ ਇਸ ਚਾਰਟ ਨੂੰ ਲਿਖਿਆ ਹੈ, ਚਾਰਟ ਨੂੰ ਮੈਚ ਕਰਕੇ ਤੁਹਾਨੂੰ ਉਹਦੇ ਨਾਲ ਜਿਹੜਾ ਸਮਝਾਊਂਗਾ ਇਸ ਚੀਜ਼ ਨੂੰ। ਸੋ ਸਟੂਡੈਂਟ ਚਾਰਟ ਸਾਡੇ ਕੋਲ ਆ ਗਿਆ। ਚਾਰਟ ਮੈਂ ਆਲਰੇਡੀ ਲਿਖ ਲਿਆ ਹੈਗਾ। ਚਾਰਟ ਦੇ ਵਿੱਚ ਸਭ ਤੋਂ ਪਹਿਲਾਂ ਕੀ ਆ, ਦ ਬਾਰ ਚਾਰਟ, ਦ ਚਾਰਟ ਬਿਲੋ ਗਿਵਸ ਇਨਫੋਰਮੇਸ਼ਨ ਅਬਾਊਟ। ਸਟੂਡੈਂਟ ਆਹ ਜਿਹੜੀ ਫਰੇਜ਼ ਹੈ ਤਾਂ ਹਰ ਚਾਰਟ ਦੇ ਵਿੱਚ ਇਹ ਜਿਹੜਾ ਇੰਨੀ ਫਰੇਜ਼ ਹੈਗੀ ਇਹ ਤਾਂ ਹਰ ਚਾਰਟ 'ਚ ਲਿਖੀ ਜਾਣੀ ਆ। ਸੋ ਆਰਟੀਕਲ ਦਾ ਲੱਗਣਾ ਹੀ ਆ। ਬਾਰ ਚਾਰਟ ਹੀ ਇਹਨੂੰ ਆਪਾਂ ਚੇਂਜ ਨਹੀਂ ਕਰ ਸਕਦੇ ਹੈਗੇ, ਇਹ ਵੀ ਆਪਾਂ ਲਿਖਾਂਗੇ। ਉਸ ਤੋਂ ਬਾਅਦ ਉਹਨੇ ਕਿਹਾ ਗਿਵਸ ਇਨਫੋਰਮੇਸ਼ਨ ਅਬਾਊਟ ਆਈ ਸੈਟ ਡਿਪਿਕਟਸ, what it depicts the number of animals
ਅਡੋਪਟਡ ਫਰੋਮ ਐਨ ਐਨੀਮਲ ਰੈਸਕਿਊ ਸੈਂਟਰ, ਕਿ ਉਹ ਐਨੀਮਲਸ ਜਿਹੜੇ ਅਡੋਪਟ ਕੀਤੇ ਗਏ ਸੀ। ਮੈਂ ਕੀ ਲਿਖ ਦਿੱਤਾ, ਹਾਊ ਮੈਨੀ। ਕਦੋਂ ਯੂਜ਼ ਕਰਦੇ ਹਾਂ, ਜਦੋਂ ਸਾਨੂੰ ਇੱਧਰ ਸਟੂਡੈਂਟ ਚੀਜ਼ ਕਾਊਂਟੇਬਲ ਦਿੱਤੀ ਹੈ, ਜਿੱਦਾਂ ਡੌਗਸ, ਕੈਟਸ ਐਂਡ ਰਿਪਟਾਈਲਸ ਕਾਊਂਟੇਬਲ ਆ, ਅਸੀਂ ਉਹਨਾਂ ਨੂੰ ਕਾਊਂਟ ਕਰ ਸਕਦੇ ਹਾਂ। ਸੋ ਹਾਊ ਮੈਨੀ ਯੂਜ਼ ਕਰਕੇ ਹਾਊ ਮੈਨੀ ਕਿਹਦੇ ਲਈ ਲਗਾਇਆ ਗਿਆ, ਜਿੱਦਾਂ ਸਾਨੂੰ ਇੱਥੇ ਗਿਣਤੀ ਕਿਹਦੇ ਲਈ ਦਿੱਤੀ, ਡੌਗਸ, ਕੈਟਸ ਐਂਡ ਰਿਪਟਾਈਲਸ ਲਈ। ਸੋ ਹਾਊ ਮੈਨੀ ਡੌਗਸ, ਕੈਟਸ, ਬਰਡਸ ਐਂਡ ਰਿਪਟਾਈਲਸ ਵਰ ਟੇਕਨ ਫਰੋਮ ਮੀਨਸ ਕੀ ਹੋ ਗਿਆ, ਅਡੋਪਟਡ। ਕਿੱਥੋਂ, ਫਰੋਮ ਏ ਸੈਂਟਰ ਆਫ ਐਨੀਮਲ ਰੈਸਕਿਊ। ਉਹਨੇ ਲਿਖਿਆ ਸੀਗਾ ਐਨ ਐਨੀਮਲ ਰੈਸਕਿਊ ਸੈਂਟਰ, ਮੈਂ ਲਿਖਦਾ ਸੈਂਟਰ ਆਫ ਐਨੀਮਲ ਰੈਸਕਿਊ। ਕਿੱਥੇ ਹੈਗਾ, ਲੋਕੇਸ਼ਨ ਸਟੂਡੈਂਟ ਚੇਂਜ ਨਹੀਂ ਹੋਣੀ ਹੈਗੀ। ਸੋ ਇੱਥੇ ਕੀ ਲਿਖਿਆ, ਉਹਨੇ ਕਿਹਾ ਮੈਡੀਸਨ, ਮੈਂ ਵੀ ਮੈਡੀਸਨ ਲਿਖ ਦਿੱਤਾ, ਮੈਂ ਸਟੇਟ ਨੂੰ ਕੱਟ ਦਿੱਤਾ, ਜ਼ਰੂਰਤ ਨਹੀਂ ਹੈਗੀ ਉਹਦੀ ਲਿਖਣ ਦੀ। ਓਵਰ ਅ ਡਿਕੇਡ ਦਾ ਮਤਲਬ ਕੀ ਹੈ, 10 ਈਅਰ ਦੇ ਪੀਰੀਅਡ ਨੂੰ ਆਪਾਂ ਇੱਕ ਡੈਕੇਡ ਬੋਲ ਦਿੰਦੇ ਹਾਂ। ਸੋ ਇੱਦਾਂ ਮੈਂ ਲਿਖ ਦਿੱਤਾ। ਸੋ ਡੈਕੇਡ ਸਟਾਰਟ ਕਿੱਥੋਂ ਹੋ ਰਿਹਾ, ਸਟਾਰਟਿੰਗ ਫਰੋਮ 1990। ਸੋ 1990 ਤੋਂ ਇਹ ਮੇਰਾ ਡੈਕੇਡ ਸਟਾਰਟ ਹੋ ਰਿਹਾ, ਜਿੰਨਾ ਕਿ ਆਟੋਮੈਟਿਕਲੀ ਕਲੀਅਰ ਹੋ ਜਾਊਗਾ ਕਿ ਕਿਹੜੇ ਟਾਈਮ ਦੀ ਗੱਲ ਇਹ ਹੋਈ ਹੈ। ਸੋ ਸਟੂਡੈਂਟ ਤੁਸੀਂ ਦੇਖ ਸਕਦੇ ਮੈਂ ਕਿਵੇਂ ਉੱਧਰੋਂ ਇਸ ਤਰੀਕੇ ਦੇ ਨਾਲ ਵਰਡਸ ਨੂੰ ਜਿਹੜਾ ਚੇਂਜ ਕੀਤਾ ਹੈਗਾ। ਅਸੀਂ ਇੰਟਰੋਡਕਸ਼ਨ ਪੜ੍ਹ ਕੇ, ਇਕੱਲੀ ਇੰਟਰੋਡਕਸ਼ਨ ਨਹੀਂ ਬਣਾਈ, ਇੰਟਰੋਡਕਸ਼ਨ ਪੜ੍ਹ ਕੇ ਸਾਰੀ ਡਿਟੇਲ ਇਕੱਠੀ ਕੀਤੀ ਆ। ਇੱਧਰੋਂ ਅਸੀਂ ਨਾਮ ਚੱਕੇ ਆ, ਐਂਡ ਡੈਕੇਡ ਨੂੰ ਉਹਨੇ ਇੱਥੇ ਮੈਂਸ਼ਨ ਨਹੀਂ ਕੀਤਾ ਸੀ, ਬਟ ਆਪਾਂ ਹਰ ਇੱਕ ਚੀਜ਼ ਆਪਣੇ ਇੰਟਰੋ 'ਚ ਕਲੀਅਰ ਕੀਤੀ ਹੈ, ਤਾਂ ਕਿ ਐਗਜ਼ਾਮੀਨਰ ਨੂੰ ਹਰ ਇੱਕ ਚੀਜ਼ ਜਿਹੜੀ ਮੇਰੀ ਇੰਟਰੋ ਦੇ ਵਿੱਚੋਂ ਹੀ ਕਲੀਅਰ ਹੋ ਜਾਵੇ। ਉਸ ਤੋਂ ਬਾਅਦ ਆਈਏ ਓਵਰਆਲ ਦੇ ਉੱਤੇ। ਓਵਰਆਲ ਸਟੂਡੈਂਟ ਬਹੁਤ ਜ਼ਰੂਰੀ ਹੈਗਾ ਜੇਕਰ ਤੁਸੀਂ 6+ ਬੈਂਡ ਤੋਂ ਉੱਪਰ ਜਾਣਾ ਚਾਹੁੰਦੇ ਹੋ। ਓਵਰਆਲ ਲਿਖੋ ਹਮੇਸ਼ਾ। ਕਈ ਸਟੂਡੈਂਟ ਇੱਥੇ ਕਹਿੰਦੇ ਕਨਕਲੂਜਨ ਲਿਖਣਾ ਜਾਂ ਓਵਰਆਲ ਲਿਖਣਾ, ਇੱਥੇ ਓਵਰਆਲ ਹੀ ਲਿਖਣਾ ਹੈ। ਕਨਕਲੂਜਨ ਕਿਉਂ ਨਹੀਂ ਲਿਖਣਾ, ਅਗਲੀ ਵੀਡੀਓ ਦੇ ਵਿੱਚ ਜ਼ਰੂਰ ਦੱਸੂਗਾ ਵੀ ਕਨਕਲੂਜਨ ਆਪਾਂ ਕਿਉਂ ਨਹੀਂ ਲਿਖਦੇ ਟਾਸਕ 1 'ਚ। ਸੋ ਓਵਰਆਲ ਦੇ ਵਿੱਚ ਸਟੂਡੈਂਟ ਕਹਿਣ ਦਾ ਮੇਰਾ ਮਤਲਬ ਕੀ ਹੁੰਦਾ, ਕੀ ਲਿਖਿਆ ਜਾਵੇ ਓਵਰਆਲ ਦੇ ਵਿੱਚ। ਓਵਰਆਲ ਦੇ ਵਿੱਚ ਸਟੂਡੈਂਟ ਤੁਸੀਂ ਕੀ ਦੱਸਣਾ ਹੁੰਦਾ ਕਿ ਤੁਸੀਂ ਚਾਰਟ ਨੂੰ ਇੱਕ ਨਿਗਾਹ ਦੇ ਵਿੱਚ ਕਿਸ ਤਰੀਕੇ ਦੇ ਨਾਲ ਦੇਖਦੇ ਆ। ਸੋ ਇੱਕ ਨਿਗਾਹ ਦੇ ਵਿੱਚ ਕਹਿਣ ਦਾ ਮਤਲਬ ਕੀ ਹੈ ਕਿ ਡਿਟੇਲ ਦੇ ਉੱਤੇ ਫੋਕਸ ਨਹੀਂ ਕਰਨਾ। ਓਵਰਆਲ ਦੇ ਵਿੱਚ ਕਦੀ ਵੀ ਨਾ ਡਿਟੇਲ ਦੇਣੀ ਹੈ, ਨਾ ਕੋਈ ਈਅਰ ਲਿਖਣਾ। ਸੋ ਕੀ ਲਿਖਣਾ ਹੈ ਆਪਾਂ ਕਿ ਤੁਹਾਨੂੰ ਚਾਰਟ ਨੂੰ ਦੇਖ ਕੇ ਕੀ ਦਿਸਦਾ ਪਿਆ। ਚਾਰਟ ਨੂੰ ਦੇਖ ਕੇ ਮੈਨੂੰ ਕੀ ਦਿਸਦਾ ਪਿਆ ਕਿ ਡੌਗਸ ਦੀ ਜਿਹੜੀ ਪਰਸੈਂਟੇਜ ਆ ਜਾਂ ਨੰਬਰ ਆਫ ਡੌਗਸ ਘਟੇ ਆ, ਕੈਟਸ ਦੇ ਵਧੇ ਆ, ਮੈਨੂੰ ਓਵਰਆਲ ਦਿਸਦੀ ਪਈ ਇਹਦੀ ਇਮੇਜ, ਅਤੇ ਰਿਪਟਾਈਲਸ ਸਭ ਤੋਂ ਘੱਟ ਸੀਗੇ। ਸੋ ਬਸ ਸਟੂਡੈਂਟਸ ਓਵਰਆਲ ਬਣ ਗਿਆ ਸਾਡਾ ਕਿ ਮੈਨੂੰ ਇੱਕ ਨਿਗਾਹ ਦੇ ਵਿੱਚ ਦੇਖ ਕੇ ਚਾਰਟ ਦੇ ਵਿੱਚ ਦਿਸਦਾ ਕੀ ਪਿਆ ਹੈਗਾ। ਸੋ ਦੈਟ ਵੁੱਡ ਬੀ ਆਰ ਓਵਰਆਲ। ਸੋ ਓਵਰਆਲ ਤੁਸੀਂ ਮੈਥ ਹੁਣ ਦੇਖ ਸਕਦੇ ਇੱਥੇ ਮੈਂ ਕਿਸ ਤਰੀਕੇ ਦੇ ਨਾਲ ਲਿਖਿਆ ਹੋਇਆ। ਓਵਰਆਲ ਇਟ ਇਜ਼ ਕਲੀਅਰ ਦੈਟ ਡੌਗਸ ਵਰ ਦਾ ਮੋਸਟ ਪੋਪੂਲਰ ਅਰਲੀਅਰ ਦਾ ਮਤਲਬ ਕਿ ਇੱਥੇ ਸਟੂਡੈਂਟ ਨੂੰ ਪਤਾ ਲੱਗਦਾ ਕਿ ਪਹਿਲਾਂ ਨੂੰ ਕੀ ਲਿਖੀਏ। ਸੋ ਪਹਿਲਾਂ ਦੇਖੋ ਡੌਗਸ ਜਿਹੜੇ ਸਾਡੇ ਸਭ ਤੋਂ ਜ਼ਿਆਦਾ ਪੋਪੂਲਰ ਸੀਗੇ ਕਿਉਂਕਿ ਉਹਨਾਂ ਦੀ ਅਡੋਪਸ਼ਨ ਸਭ ਤੋਂ ਜ਼ਿਆਦਾ ਸੀਗੀ। ਦਾ ਅਡੋਪਸ਼ਨ ਆਫ ਵਿਚ ਡਰੋਪਡ, ਜਿਨ੍ਹਾਂ ਦੀ ਅਡੋਪਸ਼ਨ ਮੈਂ ਕੀ ਕਹਿ ਦਿੱਤਾ, ਘਟ ਗਈ, ਡਰੋਪ ਹੋਈ ਆ। ਠੀਕ ਹੈ ਜੀ। ਸੋ ਇਹੀ ਹੋਈ ਆ, ਪਹਿਲਾਂ ਪੋਪੂਲਰ ਸੀ ਬਟ ਬਾਅਦ ਦੇ ਵਿੱਚ ਡਰੋਪ ਹੋਈ ਆ। ਵਾਈਲ ਲਗਾ ਕੇ ਦੋਨਾਂ ਨੂੰ ਕੰਪੇਅਰ ਕਰਦਾ ਕਿ ਕੈਟਸ ਗੋਟ ਮੋਰ ਪੋਪੂਲਰ, ਕੈਟਸ ਕੀ ਹੋ ਗਈਆਂ, ਹੋਰ ਵੀ ਜ਼ਿਆਦਾ ਪੋਪੂਲਰ ਹੋ ਗਈਆਂ। ਇਟ ਮੀਨਸ ਕਿ ਉਹਨਾਂ ਦੀ ਅਡੋਪਸ਼ਨ ਵਧੀਆ ਅਤੇ ਤਾਂ ਹੀ ਵਧੀਆ ਜੇਕਰ ਉਹ ਪੋਪੂਲਰ ਹੋਈਆਂ। ਸੋ ਇਸ ਕਰਕੇ ਮੈਂ ਥੋੜ੍ਹਾ ਵੋਕੈਬਲਰੀ ਚੇਂਜ ਕਰਕੇ ਡਿਫਰੈਂਟ ਤਰੀਕੇ ਨਾਲ ਲਿਖਦਾ ਪਿਆ। ਕਦੋਂ ਵਧੀਆਂ, ਓਵਰ ਦਾ ਪੀਰੀਅਡ। ਮੈਂ ਕਿ ਜਿੰਨਾ ਵੀ ਮੈਨੂੰ ਪੀਰੀਅਡ ਦਿੱਤਾ ਆ ਉਹਦੇ ਵਿੱਚ ਡੌਗਸ ਪਹਿਲਾਂ ਪੋਪੂਲਰ ਸੀਗੇ ਬਟ ਉਹਨਾਂ ਦੀ ਜਿਹੜੀ ਕੀ ਹੋ ਗਿਆ, ਅਡੋਪਸ਼ਨ ਡਿਕਰੀਜ਼ ਹੋਈ ਆ। ਵਾਈਲ ਲਗਾ ਕੇ ਕੈਟਸ ਦੀ ਜਿਹੜੀ ਮੈਂ ਦੱਸਦੀ ਕਿ ਇਨਕਰੀਜ਼ ਹੋਈ ਆ ਪੂਰੇ ਟਾਈਮ ਪੀਰੀਅਡ ਦੇ ਵਿੱਚ। ਸੋ ਮੇਰੇ ਡੌਗਸ ਐਂਡ ਕੈਟਸ ਖਤਮ ਹੋ ਗਏ, ਮੇਨ ਫੀਚਰ ਸੀ। ਇੱਕ ਲਾਈਨ ਮੈਂ ਲਿਖੀ ਆ, ਬਰਡਸ ਐਂਡ ਰਿਪਟਾਈਲਸ ਵਰ ਦਾ ਲੀਸਟ ਚੋਜ਼ਨ ਐਨੀਮਲਸ, ਕਿ ਬਰਡਸ ਐਂਡ ਰਿਪਟਾਈਲਸ ਜਿਹੜੇ ਸੀਗੇ ਉਹ ਸਭ ਤੋਂ ਘੱਟ ਟੇਕਨ ਐਨੀਮਲ ਸੀਗੇ, ਉਹਨਾਂ ਨੂੰ ਸਭ ਤੋਂ ਘੱਟ ਚੂਜ਼ ਕੀਤਾ ਗਿਆ। ਸੋ ਤੁਸੀਂ ਦੇਖ ਸਕਦੇ ਕਿ ਕਿਵੇਂ ਮੈਂ ਸਿਰਫ 1 2 ਐਂਡ 3 ਦੋ ਸੈਂਟੈਂਸਿਸ ਦੇ ਵਿੱਚ ਹੀ ਮੈਂ ਪੂਰਾ ਚਾਰਟ ਜਿਹੜਾ ਡਿਸਕ੍ਰਾਈਬ ਕਰ ਦਿੱਤਾ। ਬਟ ਜੇ ਦੱਸਿਆ ਕਿ ਓਵਰਆਲ ਦੇ ਵਿੱਚ ਡਿਟੇਲ ਨਹੀਂ ਦੇ ਸਕਦੇ, ਇਸ ਕਰਕੇ ਇੱਥੇ ਕੋਈ ਵੀ ਡਿਟੇਲ ਜਾਂ ਕੋਈ ਈਅਰ ਨਹੀਂ ਮੈਂਸ਼ਨ ਕੀਤਾ। ਉਹ ਸਾਰਾ ਕੁਝ ਕਰਨ ਦੇ ਲਈ ਸਾਨੂੰ ਜਾਣਾ ਪੈਣਾ ਹੈ ਡਿਟੇਲਿੰਗ ਪੈਰਾਗ੍ਰਾਫਸ ਦੈਟ ਆਰ ਕਾਲਡ ਬੋਡੀ ਪੈਰਾਗ੍ਰਾਫਸ। ਸੋ ਦੇਖੋ ਹੁਣ ਬੋਡੀ ਪੈਰਾਗ੍ਰਾਫਸ ਦੇ ਵਿੱਚ ਮੈਂ ਕਿਵੇਂ ਇਨਫੋਰਮੇਸ਼ਨ ਲਿਖੀ ਹੈ। ਸੋ ਹੁਣ ਮੈਂ ਦੱਸਿਆ ਹੈਗਾ ਕਿ ਲੈਂਗੁਏਜ 'ਤੇ ਫੋਕਸ ਕਰਨਾ। ਲੈਂਗੁਏਜ ਜਿੰਨੀ ਵਧੀਆ ਲਿਖੂੰਗੇ, ਕੰਪਲੈਕਸ ਸੈਂਟੈਂਸ ਯੂਜ਼ ਕਰੂੰਗੇ, ਉਨਾ ਵਧੀਆ ਸਕੋਰ ਜਾਊਗਾ। ਡਿਟੇਲ ਦੇ ਉੱਤੇ ਬਹੁਤ ਘੱਟ ਫੋਕਸ ਕਰਨਾ, ਜਸਟ ਮੇਨ ਫੀਚਰਸ ਨੂੰ ਹੀ ਚੂਜ਼ ਕੀਤਾ ਹੈ ਇਹਦੇ ਵਿੱਚ ਮੈਂ। ਸੋ ਸਟਾਰਟ ਕਰਦੇ ਹਾਂ। ਕੀ ਲਿਖਿਆ, ਇਨ 1990 ਇੱਧਰ ਤੁਸੀਂ ਦੇਖ ਸਕਦੇ ਦ ਨੰਬਰ ਆਫ ਡੌਗਸ, ਜਿਹੜੇ ਕੀ ਸੀਗੇ ਡੌਗਸ ਦੇ ਲਈ ਮੈਂ ਇੱਥੇ ਇੱਕ ਫਰੇਜ਼ ਯੂਜ਼ ਕੀਤੀ ਹੈ ਜਿਹਨੂੰ ਪੋਜ਼ੀਟਿਵ ਕਹਿ ਦਿੰਦੇ ਆਪਾਂ। ਕੀ ਹੈਗਾ, ਦ ਮੋਸਟ ਟੇਕਨ ਐਨੀਮਲਸ। ਮੈਂ ਨਾਲ ਇਹ ਵੀ ਦੱਸਦਾ ਪਿਆ ਕਿ ਇਹ ਸਭ ਤੋਂ ਜ਼ਿਆਦਾ ਲਏ ਜਾਣ ਵਾਲੇ ਐਨੀਮਲ ਸੀਗੇ। ਇਹਨੂੰ ਸਟੂਡੈਂਟ ਕਹਿੰਦੇ ਆਪਾਂ ਕੰਪੈਰੀਜ਼ਨ, ਕੰਟਰਾਸਟ ਕੀਤਾ ਹੋਇਆ ਮੈਂ ਇੱਥੇ ਮੋਸਟ ਲਗਾ ਕੇ ਕਿ ਸਭ ਤੋਂ ਜ਼ਿਆਦਾ ਚੂਜ਼ ਕੀਤਾ ਜਾਂਦਾ ਸੀ। ਕਿੰਨੇ ਸੀਗੇ ਨੰਬਰ ਆਫ ਡੌਗਸ, ਸਟੁੱਡ ਐਟ ਮੋਰ ਦੈਨ 550। ਮੋਰ ਦੈਨ 550 ਮੀਨਸ ਕੀ ਆ ਕਿ ਤੁਹਾਨੂੰ ਪਤਾ ਕਿ 500 ਤਾਂ ਇੱਥੇ ਰਹਿ ਗਿਆ ਬਟ ਇੱਥੇ ਮੈਨੂੰ ਕਲੀਅਰ ਨਹੀਂ ਹੋ ਰਿਹਾ। ਸੋ ਇਸ ਕਰਕੇ ਆਪਾਂ ਆਲਮੋਸਟ, ਮੋਰ ਦੈਨ, ਅਪਰੋਕਸੀਮੇਟਲੀ ਇਸ ਤਰੀਕੇ ਦੇ ਵਰਡ ਯੂਜ਼ ਕਰ ਸਕਦੇ। ਸੋ 150 ਤੋਂ ਵੀ ਥੋੜ੍ਹੇ ਅਬਵ ਲੱਗਦੇ ਸੀ, ਇਸ ਕਰਕੇ ਮੈਂ ਲਿਖਤਾ ਕਿ ਉਹਦੇ ਜਿਹੜੇ ਨੰਬਰ ਆਫ ਡੌਗਸ ਦੇ, ਜਿਹੜਾ ਡੌਗਸ ਦਾ ਨੰਬਰ ਸੀਗਾ ਉਹ 550 ਸੀਗਾ। ਵਾਈਲ
द नंबर ऑफ कैट्स, हाँ थोड़ा जिहा मेरे तो इत्थे रिपीट हो गई आ चीज़, मैं देखी नहीं, मिसटेक मेरे तो हो गई है। चलो फिर भी इनू आपां चेंज कर सकते, काउंट ऑफ कैट्स वगैरह कर सकते, बट सेंटेंस दे विच वैरायटी आ जूगी। वाइल द नंबर ऑफ कैट्स वाज अबव 300, जद कि कैट्स का जिहड़ा नंबर सीगा वो 300 तो थोड़ा जिहा उपर सीगा, सो अबव लगाया इत्थे, इत्थे मैं मोर दैन 550 लगाता। ठीक है जी, सेंटेंस हो गया खत्म। एक सेंटेंस दे विच दोनों का की आ गया स्टूडेंट, पहला कंपैरिजन आ गया। उस तो अगे हुण स्टूडेंट जिहड़े भी तुसीं की फीचर नूं पहलां लिया है ना, उन्हां नूं पहलां खत्म करना। मैं इन्हां नूं दोनों नूं पहलां खत्म क्यों करूँगा, बिकॉज ये दोनों का ट्रेंड आपस दे विच ओपोजिट है, इस करके मैं दोनों नूं पहलां लिखदा पिया। जे तुहाडे माइंड 'च ये डाउट होवे भी आपां कैट्स एंड डॉग्स नूं ही पहलां क्यों लिया, रिप्टाइल्स नूं क्यों नहीं लिया, सो यही रीज़न सी कि कैट्स की जिहड़ी आ अडोप्शन वो वधी सीगी ते इहदी घटी सी, इस करके दोनों ओपोजिट सीगे, मैनूं पता सी इन्हां नूं वधिया लिखिया जा सकदा, सो इस करके मैं पहलां ये दो ही फीचर लए हैगे आ। सो उस तो अगे एन ओपोजिट ट्रेंड वाज विटनैसड इन द फॉलोइंग ईयरस, अगलियां सालां दे विच मैं की किया एक ओपोजिट ट्रेंड देखा गया। एज ये ओपोजिट ट्रेंड की सीगा, इहनूं डिस्क्राइब करदा एज वाला सेंटेंस, एज द डॉग्स अडोप्शन स्टार्टड टू ड्रॉप। ਇਹਦਾ ਕੀ ਹੋਇਆ, ਅਗਲੇ ਸਾਲਾਂ 'ਚ ਕੀ ਹੋਇਆ, ਡੌਗਸ ਦੀ ਜਿਹੜੀ ਅਡੋਪਸ਼ਨ ਸੀਗੀ ਤੁਸੀਂ ਦੇਖ ਸਕਦੇ ਆ ਕਿ ਘਟਣੀ ਸ਼ੁਰੂ ਹੋ ਗਈ। ਸੋ ਸਟਾਰਟਡ ਟੂ ਡਰੋਪ ਐਂਡ ਰੀਚਡ ਐਟ 400 ਇਨ 1996। ਸੋ ਇੱਥੇ ਦੇਖ ਸਕਦੇ 1996 ਦੇ ਵਿੱਚ ਇਹ ਆਲਮੋਸਟ 400 ਦੇ ਉੱਤੇ ਜਿਹੜਾ ਸਾਡਾ ਪਹੁੰਚ ਚੁੱਕਿਆ ਸੀਗਾ 1996 ਦੇ ਵਿੱਚ। ਆ ਦੋਨੋਂ ਈਅਰ ਮੈਂ ਨਹੀਂ ਲਿਖਿਆ ਬਿਕੋਜ਼ ਇਹਨਾਂ 'ਚ ਕੰਟੀਨਿਊਸਲੀ ਡਿਕਰੀਜ਼ ਆਇਆ। ਸੋ 400 ਤੇ ਪਹੁੰਚ ਗਈ 1996 ਦੇ ਵਿੱਚ ਐਂਡ ਰਿਮੇਨਡ स्टेबल अंटिल द एंड ऑफ द पीरीयड। अंटिल द एंड ऑफ द पीरीयड मीनस की कि 2000 तक ये जी अडोप्शन सी कैट्स डॉग्स की वो 550 तो 400 ते पहुँच गई, तो 400 तो बाद यह की आ स्टेबल रही है एंड ऑफ द पीरीयड तक, मीनस कि 2000 तक ये सेम ही रही है। तुसीं देख सकते हैं कि किस तरीके नाल घटदी रही है। ठीक है जी, उस तो बाद मैं दूसरे पासे लिखा 300 कैट्स पर अडोप्टड इनीशियली ਦੇ ਵਿੱਚ ਤੁਸੀਂ देख सकते मैं कोई भी ईयर मैंशन नहीं किया 1999 वाला, इत्थे मैं ईयर नहीं मैंशन किया, मैं क्या इनीशियली कि स्टार्टिंग ਦੇ ਵਿੱਚ 300 कैट्स ਜਿਹੜੀਆਂ अडोप्ट कीतियां गईयां सीगियां, बट पर की होया दिस नंबर इनक्रीजड पास्ट विच टेंस कंटीन्यूसली लगातार वधिया टू हिट द पीक। इदां ਦੀਆਂ ਚੀਜ਼ਾਂ स्टूडेंट ध्यान रखो। सो टू हिट द पीक एट मोर दैन 600 इन 2000। ਤੁਸੀਂ ਦੇਖ ਲਓ ਮੈਂ कैट्स ਨੂੰ 300 ਤੋਂ ਸਟਾਰਟ ਕੀਤਾ ਸੀਗਾ ਇਨੀਸ਼ੀਅਲ ਈਅਰ ਦੇ ਵਿੱਚ, ਤੇ ਉਹਨੂੰ ਖਤਮ ਕਰ ਦਿੱਤਾ, ਸਿੱਧਾ ਜਾ ਕੇ ਪੀਕ ਤੇ ਪਹੁੰਚਾ ਦਿੱਤਾ ਉਹਨਾਂ ਨੂੰ। ਕਿੱਥੇ ਪੀਕ ਤੇ ਪਹੁੰਚ ਗਈਆਂ ਜਾ ਕੇ, ਕਿਉਂਕਿ ਕੰਟੀਨਿਊਸਲੀ ਇਨਕਰੀਜ਼ ਹੈ, ਮੈਂ ਪਿਛਲਾ ਈਅਰ ਕੋਈ ਵੀ ਮੈਂਸ਼ਨ ਨਹੀਂ ਕੀਤਾ। ਸੋ ਇਹ ਨੰਬਰ ਜਿਹੜਾ ਇਨਕਰੀਜ਼ਡ ਹੋ ਗਿਆ ਤੇ ਹਿੱਟ ਦਾ ਪੀਕ ਕਰ ਗਿਆ ਕਿੱਥੇ ਜਾ ਕੇ, ਮੋਰ ਦੈਨ 600 ਦੇ ਉੱਤੇ। ਸੋ 600 ਪਲੱਸ ਹੋ ਗਈਆਂ, ਮੈਂ ਕੀ ਕਹਿਤਾ ਕਿ 600 ਤੋਂ ਪਲੱਸ ਚੱਲ ਗਈਆਂ 2000 ਦੇ ਵਿੱਚ, ਇਵੈਂਚੁਅਲੀ ਬਿਕਮਿੰਗ ਦਾ ਮੋਸਟ ਲਾਈਕਡ ਪੈਟ। ਸੋ ਫਾਈਨਲੀ ਇਹ ਜਿਹੜੀਆਂ ਕੀ ਸੀਗੀਆਂ ਆਪਾਂ ਕਹਿ ਸਕਦੇ ਕਿ ਮੋਸਟ ਲਾਈਕਡ ਪੈਟ ਬਣ ਗਈਆਂ, ਮੀਨਸ ਕਿ ਇਹ ਸਭ ਤੋਂ ਜ਼ਿਆਦਾ ਪਸੰਦ ਕੀਤੀਆਂ ਜਾਣ ਲੱਗ ਪਈਆਂ। ਬਿਗਨਿੰਗ ਦੇ ਵਿੱਚ ਡੌਗਸ ਮੋਸਟ ਟੇਕਨ ਸੀਗੇ, ਬਟ ਐਂਡ ਦੇ ਵਿੱਚ ਆ ਕੇ ਕੈਟਸ ਮੋਸਟ ਲਾਈਕਡ ਪੈਟ ਬਣ ਗਈਆਂ। ਸੋ ਤੁਸੀਂ ਦੇਖੋ कि मैं किन्नी की डिटेल ये दी है, ओनली मेन फीचर्स 1990 के 550 डॉग्स। ठीक है जी, उस तो बाद द नंबर ऑफ कैट्स वाज 300। ठीक है जी, इस साल के 1990 के दोनों का डाटा दसता। उस तो बाद ओपोजिट ट्रेंड आया तो डॉग्स की अडोप्शन जी 400 ते पहुँच गई 1996 ते एंड ऑफ द पीरियड तक सेम रही है। सिर्फ 3 चीज़ां लिखियां, कैट्स ਜਿਹੜੀਆਂ कि पहला 300 ਸੀਗੀਆਂ, ਇਹ ਨੰਬਰ ਇਨਕਰੀਜ਼ ਹੋ ਗਿਆ, ਪੀਕ ਤੇ ਪਹੁੰਚ ਗਿਆ 600 ਦੇ ਵਿੱਚ ਇਨ 2000, ਇਵੈਂਚੁਅਲੀ ਬਿਕਮਿੰਗ ਦਾ ਮੋਸਟ। ਆਹ ਜਿਹੜੀਆਂ ਚੀਜ਼ਾਂ ਸਟੂਡੈਂਟ ਇਹਨਾਂ ਨੇ ਨੰਬਰ ਦੋਣੇ ਤੁਹਾਨੂੰ ਕਿ ਕੰਪੈਰੀਜ਼ਨ ਕਿੱਦਾਂ ਕਰਦੇ ਪਏ ਆ। ਸੋ ਸਿਰਫ 2 ਜਾਂ 3 ਸੈਂਟੈਂਸ ਇੱਥੇ ਬਣੇ ਆ ਮੇਰੇ, ਤੇ ਸੈਂਟੈਂਸ ਜਿਹੜਾ ਸਾਡਾ ਪੂਰਾ ਚਾਰਟ ਜਿਹੜਾ ਤਕਰੀਬਨ ਲਿਖਿਆ ਗਿਆ। ਉਸ ਤੋਂ ਬਾਅਦ 2 ਜਾਂ 3 ਸੈਂਟੈਂਸਸ ਦੇ ਵਿੱਚ ਮੇਰਾ ਜਿਹੜਾ ਪੂਰਾ ਚਾਰਟ ਡੌਗਸ ਐਂਡ ਕੈਟਸ ਦੇ ਬਾਰੇ ਲਿਖਿਆ ਗਿਆ। ਇਹ ਮੈਂ ਤਾਂ ਪਹਿਲਾਂ ਲਿਖਿਆ ਕਿਉਂਕਿ ਮੇਨ ਫੀਚਰ ਸੀ। ਬਾਕੀ ਜਿਹੜੀ ਮੇਰੀ ਹੁਣ ਡੌਗਸ ਜਿਹੜੀ ਸੀਗੀ ਬਰਡਸ ਐਂਡ ਰਿਪਟਾਈਲਸ ਦੀ ਇਨਫੋਰਮੇਸ਼ਨ ਉਹਨੂੰ ਮੈਂ ਅਲੱਗ ਪੈਰੇ ਦੇ ਵਿੱਚ ਕਰ ਦਿੱਤਾ। ਪੈਰਾਗ੍ਰਾਫਿੰਗ ਦਾ ਮਤਲਬ ਇਹ ਹੈ ਕਿ ਪੜ੍ਹਨੇ ਵਾਲੇ ਨੂੰ ਬੜਾ ਈਜ਼ੀ ਲੱਗਦਾ, ਔਰ ਤੁਸੀਂ ਇਨਫੋਰਮੇਸ਼ਨ ਨੂੰ ਕੈਟਾਗਰਾਈਜ਼ ਕਰ ਲਿਆ ਵੀ ਕਿਹੜੀ ਕਿੱਥੇ ਲਿਖੀ ਜਾਊਗੀ, ਕਿਹੜੀ ਕਿੱਥੇ। ਬਰਡਸ ਐਂਡ ਰਿਪਟਾਈਲਸ ਦਾ ਡੌਗਸ ਐਂਡ ਕੈਟਸ ਨਾਲ ਕੋਈ ਮੈਚ ਨਹੀਂ ਸੀ, ਇਸ ਕਰਕੇ ਮੈਂ ਉਹਨੂੰ ਅਲੱਗ ਤੋਂ ਲਿਖਿਆ, ਬਟ ਕੰਪੈਰੀਜ਼ਨ ਉਹਦੇ ਵਿੱਚ ਵੀ ਕੀਤਾ। ਔਨ ਦਾ ਅਦਰ ਹੈਂਡ ਬਰਡਸ ਐਂਡ ਰਿਪਟਾਈਲਸ ਵਰ ਨੋਟ ਐਜ਼ ਪੋਪੂਲਰ ਐਜ਼ ਡੌਗਸ ਐਂਡ ਕੈਟਸ। ਕੰਪੈਰੀਜ਼ਨ ਕਰ ਦਿੱਤਾ ਕਿ ਜਿਹੜੇ ਰਿਪਟਾਈਲਸ ਸਾਡੇ ਜਿਹੜੇ ਬਰਡਸ ਐਂਡ ਰਿਪਟਾਈਲਸ ਸੀਗੇ ਉਹ ਉਨੇ ਜ਼ਿਆਦਾ ਪੋਪੂਲਰ ਨਹੀਂ ਸੀਗੇ ਜਿੰਨੀਆਂ ਡੌਗਸ ਐਂਡ ਕੈਟਸ ਸੀਗੀਆਂ। ਸੋ ਅਗਰ ਆਪਾਂ ਰਿਪਟਾਈਲਸ ਨੂੰ ਬਰਡਸ ਐਂਡ ਕੈਟਸ ਐਂਡ ਡੌਗਸ ਨਾਲ ਕੰਪੈਰੀਜ਼ਨ ਕਰੀਏ, ਤੁਸੀਂ ਦੇਖ ਸਕਦੇ ਆ ਕਿ ਰਿਪਟਾਈਲਸ ਬਹੁਤ ਘੱਟ ਸੀਗੇ, ਜਦ ਕਿ ਡੌਗਸ ਤੇ ਕੈਟਸ ਇਹਦੇ ਨਾਲੋਂ ਕਾਫੀ ਜ਼ਿਆਦਾ ਸੀ। ਉਹ ਆਪਸ ਦੇ ਵਿੱਚ ਕੰਪੈਰੀਜ਼ਨ ਹੋ ਗਿਆ ਕਿ ਜਿਹੜੇ ਬਰਡਸ ਐਂਡ ਰਿਪਟਾਈਲਸ ਸੀਗੇ ਉਹ ਉਨੇ ਜ਼ਿਆਦਾ ਪੋਪੂਲਰ ਨਹੀਂ ਸੀਗੇ ਜਿੰਨੇ ਸਾਡੇ ਡੌਗਸ ਐਂਡ ਕੈਟਸ ਸੀਗੇ। ਇਹ ਮੈਂ ਜਨਰਲ ਲਾਈਨ ਲਿਖੀ ਹੈ, ਕੰਪੈਰੀਜ਼ਨ ਕੀਤਾ, ਅੱਗੇ ਡਿਟੇਲ ਦਿੱਤੀ ਆ। ਅਡੋਪਸ਼ਨ ਆਫ ਬਰਡਸ ਐਂਡ ਰਿਪਟਾਈਲਸ ਵਾਜ ਜਸਟ 100। ਸਿਰਫ ਕਹਿੰਦਾ 100 ਹੀ ਸੀਗੀ ਉਹਨਾਂ ਦੀ ਜਿਹੜੀ ਅਡੋਪਸ਼ਨ ਸੀਗੀ ਥਰੂ ਆਊਟ ਦਾ ਪੀਰੀਅਡ। ਥਰੂ ਆਊਟ ਦਾ ਪੀਰੀਅਡ ਮੀਨਸ ਕਿ ਸਾਨੂੰ 1990 ਤੋਂ ਲੈ ਕੇ 2000 ਤੱਕ ਜਿੰਨਾ ਪੀਰੀਅਡ ਦਿੱਤਾ ਉਹਦੇ ਵਿੱਚ 100 ਹੀ ਰਹੀ ਆ, ਐਕਸੈਪਟ ਇਨ 1990 ਐਂਡ 1996।
2 ਈਅਰਸ ਨੂੰ ਮੈਂ ਅਲੱਗ ਤੋਂ ਲਿਖਿਆ ਕਿ ਪੂਰੇ ਪੀਰੀਅਡ ਦੇ ਵਿੱਚ ਇਹਦੀ ਜਿਹੜੀ ਅਡੋਪਸ਼ਨ ਸੀਗੀ ਉਹ 100 ਰਹੀ ਆ, ਐਕਸੈਪਟ 1990 ਐਂਡ 1996 ਇਹਨਾਂ 2 ਈਅਰਸ ਨੂੰ ਛੱਡ ਕੇ, ਕਿਉਂਕਿ ਜਦੋਂ ਇਹ ਈਅਰ ਆਇਆ ਇਟ ਰੋਜ਼ ਟੂ ਮੋਰ ਦੈਨ 100, ਇਹ ਕੀ ਆ 100 ਤੋਂ ਵੀ ਜ਼ਿਆਦਾ ਤੇ ਚਲ ਗਈ ਸੀ ਇਹ ਦੋਨਾਂ ਈਅਰਸ ਦੇ ਵਿੱਚ। ਸੋ ਸਟੂਡੈਂਟ ਤੁਸੀਂ ਦੇਖ ਸਕਦੇ ਆ ਕਿ ਬਿਨਾਂ ਡਾਟਾ ਲਿਖਿਆ ਹੀ ਕਿੰਨੇ ਵਧੀਆ ਤਰੀਕੇ ਦੇ ਨਾਲ ਆਪਾਂ ਚਾਰਟ ਲਿਖਿਆ ਆ। ਸੋ ਹੋਪ ਹੈ ਕਿ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਸਟੂਡੈਂਟ ਇਸ ਚਾਰਟ ਨੂੰ ਜਿਹੜਾ ਆ ਪੜ੍ਹ ਲਿਓ। ਮੈਂ ਇਹਨੂੰ ਡਿਟੇਲ ਦੇ ਵਿੱਚ ਤੁਹਾਨੂੰ ਜਿਹੜੀ ਐਂਡ ਦੇ ਵਿੱਚ ਫੋਟੋ ਦੇ ਦਿੰਦਾ, ਤੁਸੀਂ ਦੇਖ ਕੇ ਇਹਨੂੰ ਰੋਕ ਕੇ ਪੜ੍ਹ ਸਕਦੇ ਆ। ਸੋ ਬੇਸਿਕ ਸਟੂਡੈਂਟ ਮੇਰੇ ਕਹਿਣ ਦਾ ਮਤਲਬ ਕੀ ਹੈਗਾ, ਜਦੋਂ ਵੀ ਤੁਹਾਨੂੰ ਚਾਰਟ ਆਉਂਦਾ ਆ ਇਕੱਲਾ ਡਿਟੇਲ 'ਤੇ ਫੋਕਸ ਨਾ ਕਰੋ, ਫੋਕਸ ਕਰਨਾ ਤੁਸੀਂ ਲੈਂਗੁਏਜ ਦੇ ਉੱਤੇ ਕਿ ਤੁਸੀਂ ਚਾਰਟ ਨੂੰ ਕਿੰਨੇ ਵਧੀਆ ਤਰੀਕੇ ਦੇ ਨਾਲ ਸਮਝਾ ਰਹੇ ਆ, ਲਿਖ ਰਹੇ ਆ। ਪੜ੍ਹਨੇ ਵਾਲੇ ਨੂੰ ਤੁਹਾਡਾ ਚਾਰਟ ਕਿੰਨਾ ਕਲੀਅਰ ਲੱਗਦਾ ਹੈਗਾ, ਉਹਦੇ ਵਿੱਚ ਗ੍ਰਾਮਰ ਕਿੱਦਾਂ ਦੀ, ਉਹਦੇ ਵਿੱਚ ਵੋਕੈਬਲਰੀ ਕਿੱਦਾਂ ਦੀ ਆ, ਕਿ ਤੁਸੀਂ ਨੰਬਰ ਆਫ ਵਰਡਸ ਬਾਰ-ਬਾਰ ਰਿਪੀਟ ਕਰਦੇ ਪਏ ਆ, ਜਾਂ ਤੁਸੀਂ ਐਨੀਮਲਸ ਅਡੋਪਸ਼ਨਸ ਬਾਰ-ਬਾਰ ਲਿਖੀ ਜਾ ਰਹੇ। ਤੁਸੀਂ ਦੇਖ ਸਕਦੇ ਆ ਕਿ ਬਿਲਕੁਲ ਵੀ ਰੈਪੀਟੇਸ਼ਨ ਨਹੀਂ ਹੋਣ ਦਿੱਤਾ ਹੈਗਾ ਨੰਬਰਸ ਜਾਂ ਵਰਡਸ ਦਾ ਜਾਂ ਕਿਸੇ ਵੀ ਚੀਜ਼ ਦਾ, ਐਕਸੈਪਟ ਇੱਕ ਚੀਜ਼ ਮੇਰੀ ਇੱਥੇ ਜਿਹੜੀ ਰਿਪੀਟ ਹੋਈ ਸੀਗੀ। ਸੋ ਦਿਸ ਇਜ਼ ਦਾ ਵੇ ਇਫ ਯੂ ਵਾਂਟ ਟੂ ਅਚੀਵ 9 ਬੈਂਡ ਸਕੋਰ ਇਨ ਯੂਰ ਆਇਲਸ ਰਾਈਟਿੰਗ ਟਾਸਕ 1। ਅਗਰ ਟੋਟਲ ਵਰਡਸ ਦੇਖੋ ਤਾਂ 177 ਵਰਡਸ ਹੈਗੇ ਆ। ਜਦੋਂ ਐਗਜ਼ਾਮੀਨਰ ਇਸ ਤਰ੍ਹਾਂ ਦੇ ਚਾਰਟ ਨੂੰ ਪੜ੍ਹਦਾ ਤਾਂ ਡੈਫੀਨੇਟਲੀ ਤੁਹਾਨੂੰ ਇੱਕ ਵਧੀਆ ਸਕੋਰ ਦੇਊਗਾ, ਬਿਕੋਜ਼ ਕੰਪੈਰੀਜ਼ਨ ਵੀ ਆ, ਡਿਟੇਲ ਵੀ, ਮੇਨ ਫੀਚਰਸ ਚੂਜ਼ ਕੀਤੇ ਆ, ਇਹ ਨਹੀਂ ਹੈਗਾ ਕਿ ਸਾਰਾ ਕੁਝ ਮਿਕਸ ਕਰਕੇ ਲਿਖਿਆ। ਸੋ ਇਸ ਤਰੀਕੇ ਦੇ ਨਾਲ ਸਟੂਡੈਂਟ ਹਮੇਸ਼ਾ ਚਾਰਟ ਲਿਖਣਾ। ਅਗਰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਔਰ ਨੈਕਸਟ ਟਾਈਮ ਤੁਹਾਡੇ ਲਈ ਇਸੇ ਤਰ੍ਹਾਂ ਕਿਸੇ ਨਾ ਕਿਸੇ ਚਾਰਟ ਦੇ ਉੱਤੇ ਵੀਡੀਓ ਲੈ ਕੇ ਆਊਂਗਾ। ਥੈਂਕ ਯੂ।